इस टाइम किसानां ते रब भी धक्के वाला ही काम हो रहा, रब भी करोपी कर रहा। ਇਹਦੇ ਵਿੱਚੋਂ ਤਾਂ ਸਾਨੂੰ ਇਹ ਵੇਲੇ ਕੋਈ ਵੀ ਆਸ ਨਹੀਂ ਜਾਪਦੀ ਵੀ ਸਾਨੂੰ ਇੱਕ ਦਾਣਾ ਵੀ ਅਸੀਂ ਉਹ ਕਿਲੋ ਦਾਣੇ ਵੀ ਕੱਢ ਕੇ ਲੈ ਜਾਵਾਂਗੇ। की कर सकते हैं, कई ने आसां लाइया ही, कोई ब्याह करना ही, किसी ने कुछ करना, बड़े मतलब आसां लाइया होंदियां पहलां पहना झोना वेचांगे तो आ होऊगा करांगे, सब विचे धरियां धराइयां रह गईयां। देख रहे हो तुसीं, मेरा नाम है गुरिंदर सिंह बाड़। दोस्तों, जिवें तुसीं जाणदे हो कि पिछले लंबे समय तो किसानी ते पंजाब दीयां ਜ਼ਮੀਨਾਂ ਨੂੰ ਬਚਾਉਣ ਲਈ ਦਿੱਲੀ ਦੀਆਂ ਹੱਦਾਂ ਉੱਤੇ ਡਟੇ ਹੋਏ ਨੇ ਔਰ 3 ਕਾਲੇ ਖੇਤੀ ਕਾਨੂੰਨ ਵਾਪਸ ਕਰਾਉਣ ਲਈ 700 ਤੋਂ ਵੱਧ ਕਿਸਾਨਾਂ ਦੀਆਂ ਸੰਘਰਸ਼ ਕਰਦਿਆਂ ਦੀਆਂ ਮੌਤਾਂ ਹੋ ਚੁੱਕੀਆਂ ਨੇ। ਪੰਜਾਬ ਦੀਆਂ ਤਸਵੀਰਾਂ ਜਦੋਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਤਾਂ ਸਾਡਾ ਵੀ ਦਿਲ ਦੁਖਦਾ ਹੈ ਕਿ ਜਿੱਥੇ ਸਾਡੇ ਵੀਰ ਦਿੱਲੀ ਲੜ ਰਹੇ ਨੇ ਸਰਕਾਰ ਦੇ ਨਾਲ, ਸਿਸਟਮ ਦੇ ਨਾਲ, ਉੱਥੇ ਬੇਮੌਸਮੀ ਬਰਸਾਤ ਤੇ ਗੜੇਮਾਰੀ ਨਾਲ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਜਿਹੜੀ ਫਸਲ ਆ ਉਹ ਵੀ ਕਿਤੇ ਨਾ ਕਿਤੇ ਬਰਬਾਦ ਹੁੰਦੀ ਨਜ਼ਰ ਆ ਰਹੀ ਆ। ਮੈਂ ਇਸ ਵੇਲੇ ਪੰਜਾਬ ਦੇ ਹੀ ਖੇਤਾਂ 'ਚ ਖੜਾ, ਤੁਸੀਂ ਦੇਖ ਸਕਦੇ ਹੋ ਥੱਲੇ ਤਸਵੀਰਾਂ ਕਿ ਬੀਤੇ ਕੱਲ੍ਹ ਜਿਹੜੀ ਬੇਮੌਸਮੀ ਬਰਸਾਤ ਹੋਈ ਸੀ ਉਹਦੇ ਨਾਲ ਬਾਸਮਤੀ ਦੀ ਜਿਹੜੀ ਫਸਲ ਹੈ ਉਹ ਕੂੜਾ ਹੀ ਹੋ ਗਈ ਹੈ ਔਰ ਕਿਸਾਨਾਂ ਵੱਲੋਂ ਇਹ ਰੋਸ ਜਤਾਇਆ ਜਾ ਰਿਹਾ ਕਿ ਇਹਦਾ ਫਸਲ ਦਾ ਕੋਈ ਬਹੁਤਾ ਜਿਹੜਾ ਆ ਝਾੜ ਨਹੀਂ ਮਿਲਣਾ ਔਰ ਜਿਹੜੇ ਉੱਤੇ ਖਰਚੇ ਲੱਗੇ ਉਹ ਵੀ ਪੂਰੇ ਨਹੀਂ ਹੋਣੇ। ਮੇਰੇ ਨਾਲ ਕਿਸਾਨ ਆਗੂ ਤੇ ਕਿਸਾਨ ਜਿਹੜੇ ਖੁਦ ਖੇਤੀ ਕਰਦੇ ਨੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੁਖਦੀਪ ਜੀ, ਕਿੰਨਾ ਕੁ ਨੁਕਸਾਨ ਹੋਇਆ ਲੱਗਦਾ ਹੈ ਗੜੇਮਾਰੀ ਦੇ ਨਾਲ? ਵੇਖੋ ਜੀ ਵੀਰ ਜੀ, ਗੜੇਮਾਰੀ ਦੇ ਨਾਲ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡੇ ਇਸ ਏਰੀਏ 'ਚ। ਚਲੋ ਗੜੇਮਾਰੀ ਦਾ ਥੋੜ੍ਹਾ ਘੱਟ ਰਿਹਾ, ਲੇਕਿਨ ਅਜਨਾਲਾ ਸਾਈਡ ਤੇ ਪਿੰਡਾਂ ਦੇ ਵਿੱਚ ਤੇ ਬਿਲਕੁਲ ਹੀ ਫਸਲ ਖਤਮ ਹੋ ਗਈ ਆ। ਸਾਡੀ ਵੀ ਇਹ ਫਸਲ ਪਾਣੀ 'ਚ ਡੁੱਬ ਚੁੱਕੀ ਸੀ, ਜਿਸ ਦੇ ਨਾਲ ਆਪ ਵੇਖ ਹੀ ਰਹੇ ਹੋ ਸਾਰੀ ਫਸਲ ਖਰਾਬ ਹੋ ਚੁੱਕੀ ਹੈ। ਕੋਈ 5-7 ਕੁਇੰਟਲ ਦੀ ਔਸਤ ਆ ਰਹੀ ਹੈ, ਅੱਗੇ ਵੀ ਅਸੀਂ ਕਟਾਈ ਆ 5-7-10 ਕੁਇੰਟਲ ਦੀ ਸਾਰੀ ਔਸਤ ਆਈ ਹੈ। ਉਹਦੇ ਵਿੱਚੋਂ ਸਾਨੂੰ ਕੀ ਬਚੇਗਾ ਜੀ? 20,000 ਰੁਪਈਆ ਸਮਥਿੰਗ ਤੇ ਕਿੱਲੇ ਤੇ ਖਰਚਾ ਹੀ ਆ ਰਿਹਾ ਤੇ 25,000 ਦਾ ਝੋਨਾ ਨਿਕਲ ਰਿਹਾ ਤੇ ਜੱਟ ਤੇ ਹਰ ਪਾਸੇ ਮਾਰਿਆ ਜਾ ਰਿਹਾ। ਕਿਸਾਨ ਇਸ ਟਾਈਮ ਕਿਸਾਨਾਂ ਤੇ ਰੱਬ ਵੀ ਧੱਕੇ ਵਾਲਾ ਹੀ ਕੰਮ ਹੋ ਰਿਹਾ, ਰੱਬ ਵੀ ਕਰੋਪੀ ਕਰ ਰਿਹਾ। ਸੋ ਇਸ ਤਰ੍ਹਾਂ ਦੇ ਬਹੁਤ ਹੀ मतलब ਕੀ ਕਰ ਸਕਦੇ ਹਾਂ। ਕਈਆਂ ਨੇ ਆਸਾਂ ਲਾਈਆਂ ਸੀ, ਕੋਈ ਵਿਆਹ ਕਰਨਾ ਸੀ, ਕਿਸੇ ਨੇ ਕੁਛ ਕਰਨਾ, ਬੜੇ मतलब ਆਸਾਂ ਲਾਈਆਂ ਹੁੰਦੀਆਂ ਪਹਿਲਾਂ ਪਹਿਨਾ ਝੋਨਾ ਵੇਚਾਂਗੇ ਤੇ ਆ ਹੋਊਗਾ ਕਰਾਂਗੇ, ਸਭ ਵਿੱਚੇ ਧਰੀਆਂ ਧਰਾਈਆਂ ਰਹਿ ਗਈਆਂ। ਸੋ ਸੁਖਦੀਪ ਜੀ, ਥੋੜ੍ਹਾ ਜਿਹਾ ਵਿਸਤਾਰ ਦੱਸੋ ਕਿ ਕਿਹੜੀਆਂ ਕਿਸਮਾਂ ਜਿਹੜੀਆਂ ਅਜੇ ਕਟਾਈ ਵਾਲੀਆਂ ਰਹਿੰਦੀਆਂ ਸੀ, ਕਿਉਂਕਿ ਬਹੁਤ ਕਿਸਾਨਾਂ ਨੇ ਜਿਹੜੀ ਝੋਨੇ ਦੀ ਫਸਲ ਹੈ ਨਾ ਉਹ ਕੱਟ ਕੇ ਮੰਡੀਆਂ ਸੁੱਟ ਦਿੱਤੀ, ਜਿਹੜੀ ਸਰਕਾਰੀ ਖਰੀਦ ਦੇ ਅਧੀਨ ਹੁੰਦੀ ਆ। ਇਹ ਕਿਹੜੀਆਂ ਕਿਸਮਾਂ ਨੇ ਜਿਨ੍ਹਾਂ ਨੂੰ ਨੁਕਸਾਨ ਹੋਇਆ? ਇਹ ਜੀ 11-21 ਦੀ ਕਿਸਮ ਆ ਤੇ 17-18 ਦੀ ਕਿਸਮ ਹੈ ਜਿਹੜੀ ਅਜੇ ਕਟਾਈ ਵਾਸਤੇ ਤਿਆਰ ਆ, ਜਿਹਦੀ मतलब ਅਜੇ ਕਟਾਈ ਸ਼ੁਰੂਆਤ ਹੀ ਹੋਈ ਸੀ। ਪਹਿਲਾਂ ਸਿਰਫ ਸਰਕਾਰੀ ਜਿਹੜਾ ਮੋਟਾ ਝੋਨਾ ਸੀ ਉਹੋ ਹੀ ਮੰਡੀਆਂ 'ਚ ਗਿਆ ਆ, ਇਹਦੀ ਤਾਂ ਅਜੇ ਸ਼ੁਰੂਆਤ ਹੀ ਤੇ ਇਹੋ ਹੀ ਜ਼ਿਆਦਾ मतलब ਇਸ ਏਰੀਏ 'ਚ ਲੱਗਾ ਹੋਇਆ ਸੀ, ਜਿਸ ਦਾ ਕਿ ਬਹੁਤ ਹੀ ਆ ਪਿਛਲੇ ਦਿਨੀ ਗੜੇਮਾਰੀ ਤੇ ਬਾਰਿਸ਼ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਈਆਂ ਦਾ ਤੇ ਬਿਲਕੁਲ ਹੀ ਇੱਥੋਂ ਤੱਕ ਹੋਇਆ ਕਿ ਬਚਿਆ ਹੀ ਕੁਛ ਨਹੀਂ। ਸੋ ਜਿਹੜੇ ਛੋਟੇ ਕਿਸਾਨ ਨੇ, ਸੀਮਾਂਤ ਕਿਸਾਨ ਨੇ, 2 ਕਿੱਲਿਆਂ ਵਾਲੇ, 4 ਕਿੱਲਿਆਂ ਵਾਲੇ, ਉਹ ਕੀ ਲੱਗਦਾ ਕਿ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੈ ਤੇ ਜੇ ਨੁਕਸਾਨ ਹੈ ਉਹਦੀ ਭਰਪਾਈ ਕਿਵੇਂ ਹੋਏਗੀ? ਭਰਪਾਈ ਤਾਂ ਇਹੋ ਹੀ ਹੈ ਜੀ ਵੀ ਸਰਕਾਰ ਹੁਣ ਇਹ ਗਿਰਦਾਵਰੀਆਂ ਕਰਵਾਉਣ ਜਲਦੀ ਤੋਂ ਜਲਦੀ ਤੇ ਕਿਸਾਨਾਂ ਨੂੰ ਬਣਦਾ ਉਹਨਾਂ ਦਾ ਮੁਆਵਜ਼ਾ ਵੱਧ ਤੋਂ ਵੱਧ ਦਿੱਤਾ ਜਾਵੇ। ਜੇ ਹੁਣ ਇਹ ਆਖਣ ਵੀ 8-10 ਹਜ਼ਾਰ ਤੇ 8-10 ਹਜ਼ਾਰ ਨਾਲ ਕੀ ਬਣਨਾ? 20,000 ਰੁਪਈਆ ਤੇ ਕਿੱਲੇ ਤੇ ਖਰਚਾ ਆਉਣ ਡਿਆ। ਕਮ ਸੇ ਕਮ ਸਰਕਾਰ 50 ਜਾਂ 60,000 ਰੁਪਈਆ ਇੱਕ ਕਿਸਾਨ ਨੂੰ ਮੁਆਵਜ਼ਾ ਦੇਵੇ, ਨਹੀਂ ਤੇ 4-5 ਕਿੱਲਿਆਂ ਵਾਲੇ ਕਿਸਾਨ ਕੋ ਤੇ ਸੌਦੇ ਪੱਤੇ ਦੇ ਪੈਸੇ ਨਹੀਂ ਦਿੱਤੇ ਜਾਣੇ। ਉਹ ਵਿਚਾਰਾ ਬੱਚੇ ਕਿੱਥੋਂ ਪੜ੍ਹਾਊਗਾ, ਖਰਚੇ ਕਿੱਥੋਂ ਕੱਢੂਗਾ ਜਿਸ ਹਿਸਾਬ ਨਾਲ ਮਹਿੰਗਾਈ ਹੋ ਰਹੀ ਹੈ। ਸੋ ਇੱਕ ਹੋਰ ਵੀ ਸਰਕਾਰੀ ਜਿਹੜੇ ਅਧਿਕਾਰੀ ਉਹ ਗੱਲ ਕਰਦੇ ਆ ਕਿ ਸਰਕਾਰ ਨੇ ਜਿਹੜੀਆਂ ਨਿਰਧਾਰਿਤ ਕੀਤੀਆਂ ਸਰਕਾਰੀ ਅਧੀਨ ਆਉਂਦੀਆਂ ਸਰਕਾਰੀ ਖਰੀਦ ਅਧੀਨ ਆਉਂਦੀਆਂ ਫਸਲਾਂ ਨੇ, ਕਿਸਾਨ ਉਹ ਬੀਜਣ, ਉਹਨਾਂ ਦਾ ਝਾੜ ਪ੍ਰਾਪਤ ਕਰਨ ਤੇ ਤਾਂ ਕਿ ਸਮੇਂ ਸਿਰ ਉਹਨਾਂ ਦੀ ਕਟਾਈ ਵੀ ਹੋ ਸਕੇ, ਉਹ ਅਜਿਹੇ ਮੌਸਮ ਤੋਂ ਵੀ ਬਚ ਸਕੇ। ਫਿਰ ਕਿਸਾਨ ਵੀ ਕਿਉਂ ਨਹੀਂ ਸਾਥ ਦਿੰਦੇ ਸਰਕਾਰ ਦਾ? ਕਿਸਾਨ ਬਿਲਕੁਲ ਭਾਜੀ ਸਰਕਾਰ ਦਾ ਸਾਥ ਦਿੰਦੇ ਆ। ਕਿਸਾਨਾਂ ਨੇ ਸਾਥ ਦਿੰਦਿਆਂ ਅਸੀਂ ਐਰਕਾਂ ਬਹੁਤ ਜ਼ਿਆਦਾ ਝੋਨਾ ਜਿਹੜਾ ਸਰਕਾਰੀ ਖਰੀਦ 'ਚ ਪੈਣ ਵਾਲਾ ਉਹ ਲਾਇਆ ਸੀ। ਉਸ ਦਾ ਵੀ ਹਾਲਾਤ ਵੇਖ ਲਓ ਵੀ ਪਹਿਲਾਂ ਤਾਂ ਸਰਕਾਰੀ ਖਰੀਦ 'ਚ ਝੋਨਾ ਛੇਤੀ ਕਿਤਿਆਂ ਮੰਡੀਆਂ 'ਚ ਹੀ ਨਹੀਂ ਪਾਉਂਦੇ, ਜਾਣ ਬੁੱਝ ਕੇ ਕਿਸਾਨਾਂ ਨੂੰ ਖਰਾਬ ਕਰਦੇ ਆ। ਅਸੀਂ ਪਿਛਲੇ ਦਿਨੀ ਅੱਜ ਤੋਂ 4 ਕੁ ਦਿਨ ਪਹਿਲਾਂ ਮੰਡੀ ਦੇ ਵਿੱਚ ਜਿਹੜੇ ਆਪਣੇ ਸਰਕਾਰ ਨੇ ਆਪਣਾ ਕਰਿੰਦੇ ਠੇਕੇ 'ਤੇ ਲਏ ਸੀ, ਜਿੱਦਾਂ ਸੈਲਰਾਂ ਨਾਲ ਕੰਟਰੈਕਟ ਸੀ, ਉਹਨਾਂ ਸੈਲਰਾਂ ਦੇ ਬਸ਼ਿੰਦੇ ਆਏ ਸੀ, ਉਹਨਾਂ ਨੂੰ ਅਸੀਂ ਪਿਛਲੇ ਦਿਨੀ ਫੜਿਆ। ਉਹਨਾਂ ਦੀ ਮਸ਼ੀਨ 'ਚ 8-8 ਪੁਆਇੰਟ ਦਾ ਫਰਕ ਸੀ, ਜਿਹਦਾ 14 ਮੋਚਰ ਸੀ ਉਹਦਾ ਉਹ 21 ਮੋਚਰ 22 ਮੋਚਰ ਕੱਢ ਰਿਹਾ ਸੀ, ਲੁੱਟ ਰਿਹਾ ਸੀ ਕਿਸਾਨਾਂ ਨੂੰ। ਸੁੱਕਾ ਝੋਨਾ ਵੇਖੋ ਸਰਕਾਰ 17 ਮੋਚਰ ਤੱਕ ਖਰੀਦਦੀ ਆ ਤੇ ਉਹ ਕਿੰਨੀ ਜ਼ਿਆਦਾ ਹੇਰਾ ਫੇਰੀ ਕਰ ਰਹੀ ਆ। ਕਿਸਾਨ ਜਾਵੇ ਤੇ ਜਾਵੇ ਕਿੱਥੇ?
ਹੁਣ ਸੁੱਕਾ ਝੋਨੇ 'ਚ ਵੀ ਉਹ ਮਸ਼ੀਨਾਂ ਰਾਹੀਂ ਹੇਰਾ ਫੇਰੀ ਕਰਕੇ ਕਿਸਾਨਾਂ ਨੂੰ ਕੱਟ ਲਾਈ ਜਾਂਦੇ ਆ। ਕਿਸਾਨਾਂ ਦਾ ਸਰਕਾਰੀ ਤੁਹਾਡਾ ਪੈਣਾ ਨਹੀਂ, ਆਪ ਖਰੀਦ ਕੇ ਘਾਟੇ ਦੇ ਰੇਟ ਤੇ ਗਾੜੀ ਸਰਕਾਰ ਨੂੰ ਸਾਰਾ ਸਰਕਾਰੀ ਰੇਟ ਤੇ ਵੇਚਦੇ ਆ। ਖੱਟੀ ਤੇ ਇਹ ਖੱਟਣ ਦੇ ਜਿਹੜੇ ਵਪਾਰੀ ਵਿੱਚੋਂ ਵਿਚੋਲੀਏ ਆ, ਇਹ ਕਹਿੰਦੇ ਅਸੀਂ ਵਿਚੋਲੀਏ ਖਤਮ ਕਰਨੇ ਆ। ਵਿਚੋਲੀਏ ਤੇ ਵੱਧ ਗਏ ਨੇ ਅੱਗੇ ਨੂੰ ਵੀ ਜ਼ਿਆਦਾ। ਸੋ ਜਿਹੜੀ ਹੁਣ ਇਹ ਫਸਲ ਖਰਾਬ ਹੋ ਗਈ ਆ, ਇਹ ਕਿਸਾਨ ਨੂੰ ਜਿਹੜੀ ਮਾਰ ਪਈ ਹੈ, ਕਦੋਂ ਤੱਕ ਉੱਠ ਪਾਏਗਾ, ਕੀ ਸਮਝਦੇ ਹੋ? ਵੇਖੋ ਜੀ ਭਾਜੀ, ਜਿਹੜੇ ਹਿਸਾਬ ਨਾਲ ਇਹ ਮਾਰ ਪਈ ਆ, ਕਿਸਾਨ ਨੂੰ ਤੇ 2 ਸਾਲ ਹੋਸ਼ ਨਹੀਂ ਆਉਣੀ। ਕਿਸਾਨ ਨੇ ਤੇ ਅੱਗੇ 40 ਤੇ 50-50 ਹਜ਼ਾਰ ਰੁਪਇਆ ਠੇਕੇ ਤੇ ਲੈ ਕੇ ਫਸਲ ਬਿਜਾਈ ਕੀਤੀ, ਉੱਤੇ 20,000 ਖਰਚਾ ਲਾਇਆ। ਤੁਸੀਂ ਆਪ ਸਿਆਣੇ ਜੇ ਵੀਰ ਜੀ, ਕਿੱਥੋਂ ਉੱਠੂਗਾ ਕਿਸਾਨ? ਕਿਸਾਨ ਨੂੰ ਤੇ 2 ਸਾਲ 3 ਸਾਲ ਹੋਸ਼ ਹੀ ਨਹੀਂ ਆਉਣੀ। ਇਹ ਕੀ ਬਣ ਗਿਆ, ਕੀ ਸੋਚਣ ਡਿਆ? ਜਿਨ੍ਹਾਂ ਵਿਚਾਰਿਆਂ ਠੇਕੇ ਤੇ ਲਈ ਉਹਨਾਂ ਤੋਂ ਸਾਰਾ ਟੱਬਰ ਰੋਣੇ ਪਿਆ। ਉਹਨਾਂ ਨੂੰ ਤੇ ਨੀਂਦ ਹੀ ਨਹੀਂ ਆ ਰਹੀ ਵੀ ਇਹ ਬਣਿਆ ਕੀ ਸਾਡੇ ਨਾਲ। ਸੋ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਨਵੇਂ ਖੇਤੀ ਕਾਨੂੰਨ ਲੈ ਕੇ ਆਏ ਆ, ਕਿਸਾਨ ਜਿਹੜੇ ਆ ਕਰਜ਼ਿਆਂ ਦੀ ਮਾਰ ਹੇਠੋਂ ਨਿਕਲ ਆਉਣਗੇ, ਖੇਤੀ ਜਿਹੜੀ ਆ ਉਹ ਪ੍ਰਫੁੱਲਤ ਹੋਏਗੀ। ਤੁਹਾਨੂੰ ਕੀ ਲੱਗਦਾ? ਨਹੀਂ ਜੀ, ਖੇਤੀ ਕੋਈ ਪ੍ਰਫੁੱਲਤ ਨਹੀਂ ਹੋਣੀ। ਇਹ ਕਿਸਾਨ ਮਾਰੂ ਕਾਨੂੰਨ ਲੈ ਕੇ ਆਏ ਨੇ। ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣ। ਇਹ ਲੋਕਤੰਤਰ ਆ, ਲੋਕਾਂ ਦੀ ਸਰਕਾਰ ਹੁੰਦੀ ਆ। ਇਹ ਇੱਕ ਡਿਕਟੇਟਰਸ਼ਿਪ ਬਣ ਕੇ ਬੈਠੇ ਨੇ। ਇਹ ਕਾਲੇ ਕਾਨੂੰਨ ਰੱਦ ਕਰਨ, ਖੇਤੀ ਤੇ MSP ਗਰੰਟੀ ਕਾਨੂੰਨ ਬਣਾਉਣ। ਜੋ ਇਹ ਪ੍ਰਾਈਵੇਟ ਕਰਿੰਦੇ ਲੁੱਟ ਮਚਾਉਂਦੇ ਨੇ, ਮੋਚਰ ਦੇ ਹੇਰਾ ਫੇਰੀ ਪੁਆਇੰਟਾਂ ਦੀ ਕਰਦੇ, ਇਹਨਾਂ ਨੂੰ ਠੱਲ ਪਵੇ। ਜਿਹੜਾ ਖਰੀਦੇ ਉਹ ਸਰਕਾਰੀ ਖਰੀਦ ਤੋਂ ਵੱਧ ਖਰੀਦੇ। ਇਹਨਾਂ ਕਾਨੂੰਨਾਂ ਦਾ ਬਿਲਕੁਲ ਹੀ ਕੋਈ ਫਾਇਦਾ ਨਹੀਂ ਹੋਣ ਵਾਲਾ ਕਿਸਾਨਾਂ ਨੂੰ। ਇਹ ਕਿਸਾਨ ਮਾਰੂ ਕਾਨੂੰਨ ਨੇ। ਇਹਨਾਂ ਨੂੰ ਕਾਨੂੰਨਾਂ ਨੂੰ ਰੱਦ ਕਰਕੇ ਤੇ ਸਾਡੇ ਕਿਸਾਨ ਵੀਰਾਂ ਨੂੰ ਜਲਦੀ ਤੋਂ ਜਲਦੀ ਆਪਣੇ ਘਰਾਂ ਨੂੰ ਭੇਜਿਆ ਜਾਵੇ, ਤਾਂ ਜੋ ਆਪਣੇ ਆ ਕੇ ਕੰਮਕਾਜ ਸਾਂਭ ਸਕਣ। ਵੇਖੋ ਤੁਹਾਡੇ ਸਾਹਮਣੇ ਕਿੰਨੇ ਹਾਲਾਤ ਮਾੜੇ ਚੱਲ ਰਹੇ ਨੇ, ਬੁਰਾ ਹਾਲ ਆ। ਪਿੱਛੇ ਵੀ ਨੁਕਸਾਨ ਹੋ ਰਿਹਾ, ਉੱਥੇ ਵੀ ਬੈਠਿਆਂ ਆਪਣੀਆਂ 700 ਤੋਂ ਵੱਧ ਸ਼ਹੀਦੀਆਂ ਹੋ ਚੁੱਕੀਆਂ ਸੰਘਰਸ਼ ਕਰਦਿਆਂ। ਸੋ ਇਹ ਸਾਰੇ ਦਾ ਸਾਰਾ ਸਰਕਾਰ ਜ਼ਿੰਮੇਵਾਰ ਆ ਇਸ ਕੰਮ ਦੀ। ਸੋ ਦੋਸਤੋ, ਹੋਰ ਵੀ ਕਿਸਾਨ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ। ਕੀ ਨਾਂ ਭਾਈ ਤੁਹਾਡਾ? ਸੁਖਜੀਤ ਸਿੰਘ ਜੀ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਆਪਣਾ ਜਿਹੜਾ ਨਿੱਜੀ ਜਾਂ ਝੋਨੇ ਦਾ? 3 ਕਿੱਲੇ ਮੇਰੀ ਪੈਲੀ ਆ ਤੇ 3 ਕਿੱਲਿਆਂ ਦੇ ਵਿੱਚੋਂ ਸਾਰੇ ਦੀ ਸਾਰੀ ਜਾ ਕੇ ਵੇਚ ਗਈ ਜੀ। ਇਸੇ ਤਰ੍ਹਾਂ ਹੀ ਆ, ਕੋਈ ਇੱਕ ਮੇਰੇ ਹਿਸਾਬ ਨਾਲ ਅੱਧਾ ਵੀ, ਜਿਹੜੇ ਅੱਧੇ ਦਾਣੇ ਵੀ ਨਹੀਂ ਗਏ, ਜਿਹੜੇ ਵੀ ਜਿਵੇਂ ਵਢਾਈਏ ਤੇ ਨਹੀਂ ਸਾਨੂੰ ਮਿਲਣੇ। ਤੇ ਜੇ ਕੰਬਾਈਨ ਵਾਲੇ ਨੂੰ ਆਖਾਂਗੇ ਤੇ ਉਹਨੇ ਵੀ ਆਖਣਾ ਮੈਨੂੰ 3-4 ਹਜ਼ਾਰ ਰੁਪਈਆ ਦਿਓ ਫੇਰ ਵੱਢੂਗਾ। ਬੰਦੇ ਉਂਝ ਨਹੀਂ ਡੈਣ ਡੇ, ਬੰਦੇ ਲੱਭਣ ਡਿਆ। ਤੇ ਨੁਕਸਾਨ ਤੇ ਵੇਖ ਲਓ ਤੁਹਾਡੇ ਸਾਹਮਣੇ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਜੇ ਕੋਈ ਆਸ ਹੀ ਨਹੀਂ ਹੈਗੀ ਇਹਦੇ ਵਿੱਚੋਂ ਕੋਈ ਦਾਣੇ ਅਸੀਂ ਕੱਢ ਕੇ ਲੈ ਜਾਾਂਗੇ। ਮਤਲਬ ਕਿ 3 ਕਿੱਲੇ ਜ਼ਮੀਨ ਸੀ, 3 ਕਿੱਲੇ ਆਪਾਂ 11-21 ਲਾਈ ਸੀ। ਹਾਂਜੀ, ਆਹ ਤੁਸੀਂ ਵੇਖ ਸਕਦੇ ਹੋ 3 ਕਿੱਲੇ ਪੈਲੀ ਆ, ਉਧਰ 2 ਕਿੱਲੇ ਦਾ 1 ਕਿੱਲਾ ਆ ਵਾ। ਤੇ ਸਾਰੀ ਦੀ ਸਾਰੀ ਵੇਚ ਗਈ ਆ। ਜਿੱਦਣ ਮੀਂਹ ਪੈਂਦਾ ਵਾ ਉਦੋਂ ਅਸੀਂ ਲਿਆ ਕੇ ਕੰਬਾਈਨ ਡਾਈ ਆ, ਤੇ ਇੱਕੋ ਫੇਰਾ ਆਇਆ, ਉਸ ਵੇਲੇ ਮੀਂਹ ਆ ਗਿਆ ਵਾ, ਤੇ ਇੱਕੋ ਫੇਰਾ ਉਸ ਵੇਲੇ ਕੰਬਾਈਨ ਬਾਹਰ ਕੱਢਦੀ ਤੇ ਸਾਰਾ ਵੇਚ ਗਿਆ। ਸਾਰੀ ਰਾਤ ਹੀ ਝੱਖੜ ਵਗਦਾ ਰਿਹਾ, ਤੇ ਵੇਖ ਲਓ ਦਾਣਾ ਤੁਹਾਡੇ ਸਾਹਮਣੇ ਹੀ ਆ, ਸਾਰੀ ਪੱਤਲ ਪੈ ਗਈ ਆ, ਕੁਝ ਵਿੱਚ ਗਿਰ ਗਿਆ ਵਾ। ਸੋ ਕੋਈ ਜਮ੍ਹਾਂ ਘਟਾਓ ਕੀਤਾ ਸੀ ਕਿ ਇਹਨਾਂ 3 ਕਿੱਲਿਆਂ ਦੇ ਉੱਤੇ ਕਿੰਨਾ ਖਰਚਾ ਆਇਆ ਹੁਣ ਤੱਕ, ਇਹਨੂੰ ਇੱਥੋਂ ਤੱਕ ਪਾਲਣ ਤੱਕ, ਜੇ ਪੱਕਣ ਤੱਕ ਦਾ ਵੇਖੋ ਜੀ 20-25 ਹਜ਼ਾਰ ਰੁਪਈਆ ਖਰਚਾ ਜਿਹੜਾ ਉਹ ਸਾਡਾ ਆ ਜਾਂਦਾ ਵਾ। ਜਿਹੜਾ ਲਵਾਉਣ ਦਾ ਸੀ ਉਹ 3500-4000 ਰੁਪਈਆ ਉਹਨਾਂ ਸਾਡੇ ਕੋਲ ਲਿਆ ਵਾ। ਜੇ ਅਸੀਂ ਖਾਦਾਂ ਪਾਉਂਦੇ ਹਾਂ, ਜੇ ਅਸੀਂ ਦਵਾਈਆਂ ਸਪਰੇਅ ਕਰਦੇ ਹਾਂ, ਸਪਰੇਆਂ ਬਹੁਤ ਮਹਿੰਗੀਆਂ ਨੇ, 3-3 4-4 ਸਪਰੇਆਂ ਕਰਨੀਆਂ ਪਈਆਂ ਨੇ ਸਾਨੂੰ। ਤੇ ਸਾਨੂੰ ਅੱਗੋਂ ਕੋਈ ਦਾਣਿਆਂ ਦੀ ਕੋਈ ਆਸ ਨਹੀਂ ਕਿ ਕੋਈ ਦਾਣਾ ਵੀ ਸਾਨੂੰ ਮਿਲ ਜੂਗਾ। ਥੋੜਾ ਬਹੁਤਾ ਆੜਤੀ ਨੂੰ ਵਿਖਾਇਆਗਾ, ਸੋਚਿਆਗਾ ਕਿ ਆ ਕਿੰਨੇ ਕੁ ਜਿਹੜੀ ਹੁਣ ਡਿੱਗੀ ਆ, ਡਿੱਗੀ 'ਚੋਂ ਕਿੰਨੇ ਕੁ ਪੈਸੇ ਮਿਲ ਜਾਣਗੇ? ਇਹਦੇ ਵਿੱਚੋਂ ਤਾਂ ਸਾਨੂੰ ਇਸ ਵੇਲੇ ਕੋਈ ਵੀ ਆਸ ਨਹੀਂ ਜਾਂਦੀ ਵੀ ਸਾਨੂੰ ਇੱਕ ਦਾਣਾ ਵੀ ਅਸੀਂ ਉਹ ਕਿਲੋ ਦਾਣੇ ਵੀ ਕੱਢ ਕੇ ਲੈ ਜਾਾਂਗੇ। ਤੇ ਨਾ ਕੋਈ ਤੁਹਾਡੇ ਜੇ ਡਿੱਗੀ ਪਈ ਆ, ਨਾ ਇਹਨੂੰ ਅਸੀਂ ਵੱਢ ਸਕਦੇ ਹਾਂ। ਜੇ ਵੱਢਦੇ ਹਾਂ ਤਾਂ ਅੱਧੇ ਥੱਲੇ ਗਿਰ ਜਾਣੇ, ਜੇ ਕੋਈ ਥੋੜ੍ਹੇ ਬਹੁਤੇ ਹੈਗੇ ਦਾਣੇ ਤਾਂ ਬਾਕੀ ਪੱਤਲ ਪੈ ਗਈ ਹੈ ਥੱਲੇ। ਕੀ ਮੰਗ ਕੀ ਕਰਦੇ ਹੋ? ਮੰਗ ਅਸੀਂ ਤਾਂ ਇਹੋ ਕਰਦੇ ਹਾਂ ਜੀ ਵੀ ਸਰਕਾਰ ਨੂੰ ਚਾਹੀਦਾ ਸਾਡਾ ਆਣ ਕੇ ਗਰਦੌਰੀ ਕਰਕੇ ਤਾਂ ਸਾਨੂੰ ਜਿੰਨਾ ਖਰਚਾ ਲੱਗਾ ਵਾ ਘੱਟ ਤੋਂ ਘੱਟ 50,000 ਰੁਪਈਆ ਤਾਂ ਸਾਨੂੰ ਕਿੱਲੇ ਦਾ ਦੇਣ। ਨਹੀਂ ਤਾਂ ਸਾਨੂੰ ਤਾਂ ਦਾਣਾ ਕੋਈ ਨਹੀਂ ਇੱਥੋਂ ਲੱਭਣਾ, ਤੇ ਬਹੁਤ ਮੰਦਾ ਹਾਲ ਹੋ ਗਿਆ ਸਾਡਾ। ਮਤਲਬ ਕਿ ਕੂੜਾ ਹੋ ਗਈ, ਇਹ 'ਚ ਹੁਣ ਕੋਈ ਆਮਦਨ ਦਾ ਨਹੀਂ ਲੱਗਦਾ ਕਿ ਨਿਕਲੇਗਾ? ਨਹੀਂ ਜੀ, ਤੁਹਾਡੇ ਸਾਹਮਣੇ ਹੀ ਆਮਦਨ ਦੇ ਵਿੱਚੋਂ ਹੋਣੀ ਨਹੀਂ ਗੀ। ਇਹ ਸਾਨੂੰ ਪਰਾਲੀ ਵੀ ਪਤਾ ਨਹੀਂ ਕਿੱਦਾਂ ਕੱਢਣੀ ਪੈਣੀ ਆ, ਤੇ ਕਿੱਦਾਂ ਇਹਨੂੰ ਅਸੀਂ ਪੈਲੀ ਗਾਂ ਕਣਕ ਬੀਜਾਂਗੇ ਤੇ ਉਹਦਾ ਖਰਚਾ ਕਰਨਾ ਅਸੀਂ ਉਹ ਕਿੱਦਾਂ ਕਰਾਂਗੇ? ਤੁਸੀਂ ਕਿਹਾ ਕਿ 25,000 ਰੁਪਈਆ ਤੇ ਲਗਭਗ ਖਰਚਾ ਕਿੱਲੇ ਤੇ ਆ ਗਿਆ, ਤੇ ਜੇ ਸਰਕਾਰ ਗਿਰਦਾਵਰੀ ਕਰਦੀ ਆ, ਕੋਈ ਮੁਆਵਜ਼ਾ ਦਿੰਦੀ ਆ, ਕਿੰਨੀ ਕੁ ਆਸ ਰੱਖਦੇ ਹੋ ਕਿ ਭਰਪਾਈ ਹੋ ਸਕਦੀ ਹੈ? ਵੇਖੋ ਜੀ, ਜੇ ਕੋਈ ਸਰਕਾਰ ਸਾਡੀ ਮਦਦ ਕਰਦੀ ਹੈ ਤਾਂ ਫਿਰ ਅਸੀਂ ਕਣਕ ਬੀਜ ਲਾਂਗੇ, ਚਲੋ ਸੌਖਾ ਹੋ ਜਾਊਗਾ ਸਾਹ। ਹੋਰ 3 ਕਿੱਲਾਂ ਵਾਲਾ ਕਿਸਾਨ ਕੀ ਕਰ ਸਕਦਾ? ਉਹਦੇ ਖਰਚੇ ਵੀ ਨਹੀਂ ਪੂਰੇ ਹੁੰਦੇ। ਅੱਜ ਕੱਲ੍ਹ ਖਰਚੇ ਇੰਨੇ ਵੱਧ ਗਏ ਆ, ਤੇ ਬਹੁਤ ਮੰਦਾ ਹਾਲ ਆ। ਕਿੰਨਾ ਕੁ ਮੁਆਵਜ਼ਾ ਹੋਣਾ ਚਾਹੀਦਾ? ਮੁਆਵਜ਼ਾ ਘੱਟ ਤੋਂ ਘੱਟ ਵੀ ਜੀ ਸਾਨੂੰ ਇਹ 'ਚੋਂ 50,000 ਦਾ ਤਾਂ ਸਾਨੂੰ ਝੋਨਾ ਨਿਕਲਣਾ ਸੀ। ਹੁਣ ਸਾਨੂੰ ਮੈਨੂੰ ਜ਼ਿਆਦਾ 10,000 ਦਾ ਵੀ ਨਹੀਂ ਨਿਕਲਣਾ। ਸੋ ਤੁਸੀਂ ਦੱਸ ਰਹੇ ਹੋ ਕਿ ਕਟਾਈ ਕਰਨ ਵਾਲੇ ਨੇ ਵੀ ਜਿਹੜੇ ਆ ਵੱਧ ਪੈਸੇ ਮੰਗਦੇ। ਕਟਾਈ ਕਰਨ ਵਾਲੇ ਵੀ ਸਾਨੂੰ 5-5,000 4-4,000 ਰੁਪਈਆ ਮੰਗਣ ਡਏ। ਉਹ ਆਂਦੇ ਵੀ ਉੱਦਾਂ ਅਸੀਂ ਨਹੀਂ ਕੰਬਾਈਨ ਫੇਰਦੇ। ਅਜੇ ਵੀ ਹੁਣ ਵੇਖੋ, ਅਜੇ ਕਿਹੜੀ ਜਿਹੜੀ ਆ ਵੀ ਵੱਢੀ ਜਾਣੀ ਹੈ ਕਣਕ, ਜਿਹੜੀ ਬਾਸਮਤੀ ਆ, ਇਹਦਾ ਅਜੇ ਥੱਲੋਂ ਥਾਂ ਵੀ ਗਿੱਲੇ ਨੇ, ਤੇ ਉਹਨਾਂ 'ਚ ਨੌਂਜੀ ਸਾਰੀ ਜਿਹੜੀ ਹੈਗੇ ਦਾਣੇ ਉਹ ਵੀ ਕਿਰ ਜਾਣੇ, ਉਹ ਵੀ ਨਹੀਂ ਲੱਭਣੇ ਸਾਨੂੰ। ਛੋਟੇ ਕਿਸਾਨ ਉਹ 3 ਕਿੱਲੇ ਵਾਲੇ, ਕੋਈ ਆੜਤੀਆਂ ਦਾ ਵੀ ਲੈਣ ਦੇਣ ਖੜਾ ਹੋਣਾ? ਹਾਂਜੀ, ਆੜ੍ਹਤੀਆਂ ਕੋਲੋਂ ਲਏ ਆ ਜੀ। ਉਹਨਾਂ ਕੋਲ ਅਸੀਂ ਖਾਦ ਖੂਦ ਲਿਆ ਕੇ ਪਾਈ ਆ, ਖਰਚਾ ਵੀ ਲਿਆ ਉਹਨਾਂ ਕੋਲੋਂ।
ਉਹਨਾਂ ਵੀ ਨਾਲ ਵਿਆਜ ਲਾਉਣਾ ਵਾ ਸਾਨੂੰ, ਉਹਨਾਂ ਛੱਡਣਾ ਥੋੜ੍ਹਾ, ਉਹਨਾਂ ਆਖਣਾ ਵਿਆਜ ਦਿਓ। ਤੇ ਲੱਗਦਾ ਉਹ ਵੀ ਨਹੀਂ ਮੁੜਨੇ ਯਾਰ। ਨਹੀਂ ਜੀ, ਉਹ ਕਿੱਥੋਂ ਮੁੜਨੇ ਆ ਜੀ, ਉਹ ਸਾਨੂੰ ਤੇ ਮੇਰੇ ਹਿਸਾਬ ਨਾਲ ਸਾਨੂੰ ਕਣਕ ਬੀਜਣ ਵਾਸਤੇ ਵੀ ਮੁਸ਼ਕਿਲ ਹੋ ਜਾਣੀ ਆ ਵੀ ਕਿੱਥੋਂ ਲਈਏ ਬੀਜ ਤੇ ਕਿੱਥੋਂ ਖਾਦ ਲਈਏ। ਸੋ ਦੋਸਤੋ, ਤਸਵੀਰ ਵਿਖਾਉਣ ਦਾ ਮਕਸਦ ਸੀ ਕਿ ਪੰਜਾਬ ਦੇ ਕਿਸਾਨ ਇਸ ਵੇਲੇ ਡਾਢੇ ਸੰਕਟ 'ਚੋਂ ਗੁਜ਼ਰ ਰਹੇ ਨੇ। ਜਿੱਥੇ ਖੇਤੀ ਕਾਲੇ ਕਾਨੂੰਨ ਜਿਹੜੇ ਵਾਪਸ ਕਰਾਉਣ ਲਈ ਜੰਗ ਹੈ, ਉੱਥੇ ਪੰਜਾਬ 'ਚ ਆਪਣੀਆਂ ਫਸਲਾਂ ਨੂੰ ਸਾਂਭਣ ਲਈ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਮੰਗ ਕਰਦੇ ਆ ਸਰਕਾਰ ਕੋਲੋਂ ਕਿ ਇਹਨਾਂ ਕਿਸਾਨਾਂ ਦੀ ਜਿਹੜੇ ਪ੍ਰਭਾਵਿਤ ਹੋਏ ਇਹਨਾਂ ਦੀ ਸਮੇਂ ਸਿਰ ਜਿਹੜੀ ਜ਼ਰੂਰ ਬਾਂਹ ਫੜੀ ਜਾਵੇ। ਸੋ ਤੁਸੀਂ ਔਨ 에ਅਰ ਟੀਵੀ ਨਾਲ ਜੁੜੇ ਰਹਿਣਾ, ਕੋਸ਼ਿਸ਼ ਕਰਾਂਗੇ ਪੰਜਾਬ ਦੀਆਂ ਹੋਰ ਵੀ ਅਜਿਹੀਆਂ ਤਸਵੀਰਾਂ ਤੁਹਾਡੇ ਰੂਬਰੂ ਕਰਦੇ ਰਹੀਏ। ਸੋ ਮੈਂ ਅਜਨਾਲਾ ਤੋਂ ਗੁਰਿੰਦਰ ਸਿੰਘ ਬਾਠ, ਔਨ 에ਅਰ ਟੀਵੀ ਲਈ ਵਿਸ਼ੇਸ਼ ਰਿਪੋਰਟ। ਜਵਾਨ ਮੁੰਡਿਆ ਬੜਾ ਸੋਹਣਾ ਨੱਚਦਾ ਮੈਦਾਨ ਮੁੰਡਿਆ, ਆਸ਼ਿਕਾਂ 'ਚ ਆਪਣਾ ਸ਼ੁਮਾਰ ਕਰ ਲੈ, ਪਿਆਰ ਕਰ ਲੈ ਵੇ ਆਜਾ ਪਿਆਰ ਕਰ ਲੈ ਵੇ ਚੱਕ ਲਵ ਯੂ ਵੇ ਅੰਬਰ ਸਰੀਆ